जी। जाके निगम दूध के ठाटा, समुंद बिलोवन को माटा। ताकि हो बिलोवन हारी, क्यों मीटै गो शास तुहारी। चेरी तू राम न कर सपतारा, जग जीवन प्राण अदारा। रहाओ तेरे गल है तौक पग बेरी, तू घर घर रमैया फेरी। तू अज होना चेत सचेरी, तू जम बपरी है हेरी। प्रभ करन करावन हारी, क्या चेरी हाथ बिचारी। सोई सोई जागी, जित लाई तित लागी। चेरी तैसु मत कहाँ ते पाई, जाते भ्रम की लीक मिटाई। सो रस कबीर जानिया, मेरो गुर प्रसाद मन मानिया। सो रस कबीर जानिया, मेरो गुर प्रसाद मन मानिया। वाहिगुरु जी का खालसा, वाहिगुरु जी की फतेह। धन धन सह महाराज सच्चे पातशाह जी। श्री गुरु ग्रंथ साहिब जीओ साहिबां दी पावन पवित्र हजूरी अंदर जुड़ बैठी गुरु दे प्यार वाली गुरु दी साजी नवाजी साध संगत जी। सतगुरां दी अपर अपार मेहर किरपा रहमत बख्शिश दा सदका ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਨਿਤਨੇਮ ਦੀਆਂ ਬਾਣੀਆਂ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ ਅਤੇ ਚੱਲ ਰਹੀ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਸਰਵਣ ਕਰਨ ਲਈ ਆਪਾਂ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਉਪਦੇਸ਼ ਸੂਰਠ ਰਾਗ ਦੇ ਵਿੱਚ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੈ। गुरु ग्रंथ साहिब जी के पावन अंग 655 ते सुशोभित है। सो कबीर साहब जी इस शब्द द्वारा की सानू सिख मत दिंदे ने, की उपदेश दिंदे ने, आओ अपना समझण का यतन करिए जी। जाके निगम दूध के ठाटा, निगम वेदां नूं किहा जांदा जी। निगम वेद ने। कबीर साहब जी ने वेदां नूं पढ़िया, ठीक है। वेदां दे विच रला है, वेदां दे विच ये नहीं भी रला नहीं, क्योंकि वेद जिन्हें चारे उन्हें तो लिखे नहीं, ऋषियां मुनियां ने लिखे ने। पर जिद्दां खंड रेत विच डिग जावे, कीड़ी रेत नहीं खाती, वो खंड चुगती है। इसी तरह ही निमरता दे विच रह के जदों विद्या पढ़ी जाती है, अपने मन नूं निमरता विच रखे तो जिहड़ा तत्त ज्ञान है वो प्राप्त हुंदा है। सो जे वेदां दी गल करिए, वेद हुंदे ने जो ब्रह्म दी सोझी देण, उहनूं वेद कहा जांदा है। जिदा महाराज कहते भाई बाणी ब्रह्मा वेद धर्म दृढ़। बाणी ब्रह्मा वेद, बाणी नूं सो वेद क्यों कहा? क्योंकि ब्रह्म की सोझी मिलती। ब्रह्म बिंदा तिसदा ब्रह्म अतर है। कबीर साहब वेला हुण गुरबाणी नहीं सी।
ਕਬੀਰ ਸਾਹਿਬ ਨੇ ਜਿੱਥੋਂ ਵੀ ਹੁਣ ਗਿਆਨ ਲਿਆ, ਵੇਦਾਂ 'ਚੋਂ ਗਿਆਨ ਲਿਆ, ਜਦੋਂ ਉਹਨਾਂ ਨੂੰ ਉਹ ਗਿਆਨ ਆਇਆ, ਹੁਣ ਉਹ ਗੱਲਾਂ ਕਰਦੇ, ਬਚਨ ਕਰਦੇ, ਕਹਿੰਦੇ ਉਹਦੇ ਜਿਹੜੇ ਵੇਦ ਨੇ ਨਾ, ਵੇਦ ਉਹਦੇ 'ਚ ਇੰਨਾ ਕੁ ਬ੍ਰਹਮ ਗਿਆਨ ਹੈ, ਦੇਖੋ ਦੂਧ ਕੇ ਠਾਟਾ। ਹੁਣ ਉਹੀ ਵੇਦ ਬਾਣੀ ਨੂੰ ਦੁੱਧ ਕਹਿ ਦਿੱਤਾ, ਕਹਿੰਦੇ ਉਹ ਤਾਂ ਦੁੱਧ ਦੇ ਨਾਲ ਭਰੇ ਪਏ ਨੇ, ਠਾਠਾ ਠਾਠਾਂ ਮਾਰਦੇ ਪਏ ਨੇ ਨਾ, ਵੀ ਕਿੰਨਾ ਕੁ ਦੁੱਧ ਹੈ, ਕਹਿਣਾ ਅੱਧਾ ਗਲਾਸ ਹੈ, ਅੱਧਾ ਪਤੀਲਾ ਆ, ਅੱਧੀ ਬਾਲਟੀ ਹੈ, ਨਹੀਂ ਕਹਿੰਦੇ ਠਾਠਾਂ ਮਾਰਦੀ ਹੈ, ਭਰੀ ਪਈ ਆ ਬਾਲਟੀ। ਉਹਦੇ ਜਿਹੜੇ ਵੇਦ ਨੇ ਜਿਨ੍ਹਾਂ ਵਿੱਚ ਬ੍ਰਹਮ ਦੀ ਵਿਚਾਰ ਹੈ, ਬ੍ਰਹਮ ਦੀ ਵਿਚਾਰ ਤਾਂ ਠਾਠਾਂ ਮਾਰਦੀ ਹੈ, ਦੂਧ ਕੇ ਠਾਠਾ। ਹੁਣ ਜਦੋਂ ਬਾਣੀ ਹੈ, ਆਪਾਂ ਇਹਨੂੰ ਕਹਿ ਸਕਦੇ ਸਮੁੰਦਰ ਹੈ, ਇਹ ਦੂਧ ਕੇ ਠਾਠਾ, ਇਹਦੇ ਵਿੱਚ ਜੋ ਬ੍ਰਹਮ ਦੀ ਵਿਚਾਰ ਉਹ ਠਾਠਾਂ ਮਾਰਦੀ ਪਈ ਹੈ। ਬਸ ਧਿਆਨ ਦੇਣ ਦੀ ਲੋੜ ਹੈ, ਧਿਆਨ ਦੇ ਨਾਲ ਪੜ੍ਹੋ, ਧਿਆਨ ਦੇ ਨਾਲ ਸੁਣੋ। ਮੈਂ ਇੰਨਾ ਬ੍ਰਹਮ ਵਿਚਾਰ ਹੈ, ਇੱਕ ਅੱਧੀ ਬੂੰਦ ਮਿਲ ਹੀ ਜਾਣੀ ਹੈ, ਸੋ ਇੰਨਾ ਬ੍ਰਹਮ ਵਿਚਾਰ ਹੈ, ਠਾਠਾਂ ਮਾਰਦਾ ਪਿਆ ਸਮੁੰਦਰ। ਕਹਿੰਦੇ ਸਮੁੰਦਰ ਬਿਲੋਵਨ ਕਉ ਮਾਟਾ, ਤਰੇ ਦੁੱਧ ਨੂੰ ਸਮੁੰਦਰ ਕਹਿ ਦਿੰਦੇ। ਨਿਹੰਗ ਸਿੰਘ ਕਹਿਣਾ ਦੁੱਧ ਸਮੁੰਦਰ ਵੀ, ਆਪ ਗੁਰਬਾਣੀ 'ਚੋਂ ਲਏ ਹੋਏ ਵੀ ਬੋਲੇ। ਹੁਣ ਸਮੁੰਦ ਸ਼ਬਦ ਪਹਿਲੋਂ ਦੁੱਧ, ਪਹਿਲੋਂ ਵੇਦ ਆਖਿਆ, ਵੇਦ ਵੀ ਉਹੀ ਚੀਜ਼ ਹੈ, ਬ੍ਰਹਮ ਵਿਚਾਰ। ਦੁੱਧ ਆ ਗਿਆ, ਦੁੱਧ ਵੀ ਬ੍ਰਹਮ ਵਿਚਾਰ। ਸਮੁੰਦ ਕਹਤਾ, ਸਮੁੰਦ ਵੀ ਬ੍ਰਹਮ ਹੈ। ਸਮੁੰਦ ਬਿਲੋਵਨ ਕਉ ਮਾਟਾ, ਕਿਉਂਕਿ ਸਮੁੰਦਰ ਰਿੜਕਿਆ ਸੀ, ਸਮੁੰਦਰ ਹੀ ਰਿੜਕਿਆ ਸੀ ਦੇਵਤਿਆਂ ਤੇ ਦੈਤਾਂ ਨੇ। ਮਿਥਿਹਾਸਕ ਘਟਨਾ ਇੱਕ, ਉਹ ਭਾਈ ਇਹ ਜਿਹੜੀ ਬਾਣੀ ਹੈ, ਇਹਨੂੰ ਰਿੜਕਣ ਦੇ ਵਾਸਤੇ ਤੇਰੇ ਕੋਲ ਮਟਕਾ ਵੀ ਹੈ। ਮਨ ਮਾਹੇ ਬਿਲੋਈ, ਮਨ ਮਟਕਾ, ਮਨ ਮੰਦਰ ਕਹਤਾ ਨਾ, ਮਨ ਅੰਦਰੋਂ ਖਾਲੀ ਹੈ, ਮਟਕਾ ਅੰਦਰੋਂ ਖਾਲੀ ਹੁੰਦਾ। ਮਨ ਮੰਦਰ, ਮੰਦਰ ਮਤਲਬ ਅੰਦਰੋਂ ਖਾਲੀ ਹੈ। ਮਨ ਦੇ ਵਿੱਚ ਬਾਣੀ ਲਿਜਾ ਕੇ ਇਹਦੀ ਵਿਚਾਰ ਕਰ। ਤਨ ਮਾਹੇ ਬਿਲੋਈ, ਕਹਿੰਦੇ ਸਮੁੰਦ ਬਿਲੋਵਨ ਕੋ ਮਾਟਾ, ਇਸ ਬਾਣੀ ਨੂੰ ਰਿੜਕਣ ਦੇ ਵਾਸਤੇ ਮਟਕਾ ਵੀ ਰੱਬ ਨੇ ਤੈਨੂੰ ਦਿੱਤਾ ਹੋਇਆ ਜੀ। ਤਾਂ ਕੀ ਹੋ ਬਿਲੋਵਨ ਹਾਰੀ, ਹੁਣ ਰਿੜਕਣੇ ਵਾਲੀ ਚਾਹੀਦੀ ਹੈ, ਜਿਹਨੇ ਦੁੱਧ ਰਿੜਕਣਾ। ਤੇ ਉਹ ਰਿੜਕਣ ਵਾਲੀ ਕੌਣ ਆ? ਬੁੱਧ, ਬੁੱਧੀ ਰਿੜਕਣੇ ਵਾਲੀ ਹੈ। ਹੁਣ ਜਦੋਂ ਬਾਣੀ ਦੀ ਵਿਚਾਰ ਤਾਂ ਬੁੱਧੀ ਦੇ ਨਾਲ ਹੀ ਕਰਨੀ। ਬਾਣੀ ਦੀ ਵਿਚਾਰ ਉਦੋਂ ਹੋਣੀ ਹੈ ਜਦੋਂ ਮਨ ਦਾ ਠਹਿਰਾਅ ਬਣਨਾ। ਮਨ ਦਾ ਠਹਿਰਾਅ ਬਣਿਆ ਮਤਲਬ ਕਿ ਬਾਣੀ ਜਿਹੜੀ ਹੈ ਉਹ ਮਨ ਦੇ ਵਿੱਚ, ਇਹ ਦੁੱਧ ਬਾਣੀ ਮਨ ਦੇ ਵਿੱਚ ਟਿਕੀ ਹੋਈ ਹੈ, ਫੇਰ ਹੀ ਵਿਚਾਰ ਹੁੰਦੀ। ਹੁਣ ਸ਼ਬਦ ਟਿਕੂਗਾ ਅੰਦਰ ਤਦੇ ਵਿਚਾਰ ਕਰਾਂਗੇ, ਜੇ ਸ਼ਬਦ ਹੀ ਨਹੀਂ ਟਿਕਿਆ ਤਾਂ ਉਹਦੀ ਵਿਚਾਰ ਕਾਹਦੀ। ਤਾਂ ਕੀ ਹੋ ਬਿਲੋਵਨ ਹਾਰੀ, ਬੁੱਧੀ ਨੂੰ ਕਿਹਾ ਵੀ ਇਸ ਸ਼ਬਦ ਨੂੰ ਰਿੜਕਣੇ ਵਾਲੀ ਬਣ। ਕਹਿੰਦੇ ਕਿਉਂ ਮਿਟੈ ਗੋ ਸ਼ਾਸ਼ਤ ਹਾਰੀ। ਹੁਣ ਇੱਥੇ ਸ਼ਾਸ ਕੀ ਹੈ? ਸ਼ਾਸ ਨੇ ਸੰਸਾਰਕ ਗੱਲਾਂ। ਹੁਣ ਸਾਡੇ ਵਿੱਚ ਮਟਕੇ ਦੇ ਵਿੱਚ ਬੜੀਆਂ ਸ਼ਾਸ ਨੇ, ਬੜੀਆਂ ਸੰਸਾਰਕ ਗੱਲਾਂ ਨੇ। ਜਾਂ ਕਹਿ ਲਓ ਜਦੋਂ ਅਸੀਂ ਦੁੱਧ ਰਿੜਕਦੇ ਹਾਂ, ਦੁੱਧ ਰਿੜਕਦੇ ਹਾਂ, ਖਿਆਲ ਰੱਖਣਾ ਵੀ ਸਾਡੀ ਜਿਹੜੀ ਨਿਗਾਹ ਆ ਉਹ ਮੱਖਣ 'ਤੇ ਚਾਹੀਦੀ, ਛਾਛ 'ਤੇ ਨਹੀਂ ਚਾਹੀਦੀ। ਕਿਉਂਕਿ ਗੁਰਬਾਣੀ ਦੇ ਵਿੱਚ ਸੰਸਾਰਕ ਗੱਲਾਂ ਦੀਆਂ ਮਿਸਾਲਾਂ ਬਹੁਤ ਦਿੱਤੀਆਂ ਹੋਈਆਂ। ਇੱਥੇ ਗੁਰਬਾਣੀ ਨੂੰ ਸਿੱਧ ਕਰਨ ਵਾਸਤੇ ਹੁਣ ਸਾਨੂੰ ਸੰਸਾਰਕ ਜੀਵ ਆ ਅਤੇ ਸਾਨੂੰ ਸੰਸਾਰਕ ਗੱਲਾਂ ਸਮਝ ਪੈਂਦੀਆਂ। ਇਸ ਕਰਕੇ ਉਹ ਸੰਸਾਰਕ ਗੱਲਾਂ ਦਾ ਸਹਾਰਾ ਲੈ ਕੇ ਅਸੀਂ ਬਾਣੀ ਨੂੰ ਸਮਝਣਾ। ਉਹ ਛਾਛ ਨੂੰ ਮੇਟਣਾ ਆ, ਉਹ ਛਾਛ ਨੂੰ ਚੱਕਣਾ ਨਹੀਂ ਹੈ, ਚੱਕਣਾ ਮੱਖਣ ਹੈ। ਬਾਣੀ 'ਚ ਮੱਛੀ ਦੀ ਮਿਸਾਲ ਹੈ, ਮੱਛੀ ਥੋੜ੍ਹੀ ਚੱਕ ਲੈਣੀ। ਬਾਣੀ 'ਚ ਬਬੀਹੇ ਦੀ ਮਿਸਾਲ ਹੈ, ਬਬੀਹਾ ਥੋੜ੍ਹੀ ਫੜ ਲੈਣਾ। ਅਤੇ ਉਹ ਤਾਂ ਸਾਰੀ ਛਾਛ ਹੈ। ਹੋਰ ਕਿੰਨੀਆਂ ਮਿਸਾਲਾਂ ਨੇ, ਪਤੀ ਪਤਨੀ। ਹੁਣ ਗੁਰਬਾਣੀ ਤੋਂ ਉੱਤੇ ਥੋੜ੍ਹੀ ਰਿਸ਼ਤਾ ਹੋ ਸਕਦਾ, ਉਹ ਤਾਂ ਇੱਕ ਸੰਸਾਰਕ ਮਿਸਾਲ ਹੈ। ਮਾਤਾ ਪੁੱਤਰ ਭਰਾ। ਅਤੇ ਜਿਵੇਂ ਸੋਨਾ ਗੜ੍ਹਤੇ, ਜਿੱਦਾਂ ਜਿਹੜਾ ਸੁਨਿਆਰਾ ਹੁੰਦਾ ਗਹਿਣੇ ਘੜਦਾ, ਜਦੋਂ ਨਿਗਾਹ ਕਿੱਥੇ ਉਹਦੀ, ਉਹਦਾ ਧਿਆਨ ਕਿੱਥੇ? ਗਹਿਣਿਆਂ ਦੇ ਵਿੱਚ ਹੈ। ਉਹ ਸੁਨਿਆਰਾ, ਹੁਣ ਉਹ ਜਿਹੜਾ ਸੁਨਿਆਰਾ ਆ, ਸੋਨਾ ਆ, ਉਹ ਛਾਛ ਹੈ। ਇਸੇ ਤਰ੍ਹਾਂ ਹੀ ਬਾਣੀ ਦੇ ਨਾਲ ਪਿਆਰ ਕਹਿੰਦੇ ਇਹੋ ਜਿਹਾ ਚਾਹੀਦਾ ਜਿਵੇਂ
ਸੋ ਨੀਝ ਲਾ ਕੇ ਕਿਸੇ ਹੋਰ ਸੰਸਾਰਕ ਚੀਜ਼ ਨੂੰ ਦੇਖਦਾ, ਬਾਣੀ ਦੇ ਨਾਲ ਇਸ ਤਰ੍ਹਾਂ ਨੀਝ ਲਾ ਕੇ ਸੰਸਾਰਕ ਮਸਾਲਾ ਸ਼ਾਸ਼ ਹੈ ਸਾਰੀ, ਇਹਨੂੰ ਮਿਟਾ। ਜਿੰਨਾ ਚਿਰ ਉਹਨੂੰ ਮੇਟਦਾ ਨਹੀਂ ਉਨਾ ਚਿਰ ਤੈਨੂੰ ਮੱਖਣ ਨਹੀਂ ਮਿਲਣਾ। ਇਹਨੂੰ ਮੇਟ ਬਾਣੀ ਦੇ ਵਿਚਾਰ ਦੇ ਨਾਲ ਆਪੇ ਮਿਟ ਜਾਣਾ ਕਹਿੰਦੇ, ਪਰ ਇਹ ਮੇਟਦਾ ਨਹੀਂ, ਜਿਹਦੇ ਕਰਕੇ ਇਹਨੂੰ ਬਾਣੀ ਨਹੀਂ ਮਿਲਦੀ ਕਹਿੰਦੇ, ਕਿਉਂ ਬਾਣੀ ਦੇ ਵਿਚਾਰ ਨਹੀਂ ਮਿਲਦੀ। ਚੇਰੀ ਤੂੰ ਰਾਮ ਨਾ ਕਰ ਸੁਪਧਾਰਾ, ਚੇਰੀ ਬੁੱਧੀ ਤੂੰ ਪਰਮਾਤਮਾ ਨੂੰ, ਪਰਮੇਸ਼ਰ ਨੂੰ ਕਿਉਂ ਨਹੀਂ ਪਤੀ ਕਰਦੀ, ਉਹਨੂੰ ਪਤੀ ਮੰਨ। ਸੋ ਉਹ ਪਤੀ ਤੇਰਾ ਬਣ ਗਿਆ, ਉਹਨੇ ਤੇਰੀ ਪੱਤ ਰੱਖਣੀ ਹੈ, ਉਹ ਤੇਰਾ ਸਹਾਰਾ ਬਣਨਾ ਕਹਿੰਦੇ। ਬੁੱਧੀ ਨੂੰ ਕਿਹਾ ਸਾਰਾ ਜਗ ਜੀਵਨ ਪ੍ਰਾਨ ਆਧਾਰਾ, ਜਗਤ ਨੂੰ ਜੀਵਨ ਦੇਣੇ ਵਾਲਾ ਉਹੀਓ ਪ੍ਰਾਣਾਂ ਦਾ ਸਹਾਰਾ ਹੈ। ਹੁਣ ਜਗਤ ਨੂੰ ਜੀਵਨ ਕੌਣ ਦੇ ਰਿਹਾ? ਜਿਹੜਾ ਸਾਹ ਲੈਂਦਾ, ਸਾਹ ਮੂਲ ਲੈਂਦਾ ਪਿਆ, ਹਰੇਕ ਦੇ ਅੰਦਰ ਬੈਠਾ ਜਗ ਜੀਵਨ, ਉਹ ਸਾਹ ਉਹ ਲੈਂਦਾ ਪਿਆ। ਅਗਰ ਉਹ ਸਾਹ ਨਾ ਲੈਵੇ ਤਾਂ ਪ੍ਰਾਣਾਂ ਦਾ ਆਧਾਰ, ਪ੍ਰਾਣਾਂ ਦਾ ਆਧਾਰ ਕੀ? ਅੰਨ ਪਾਣੀ ਥੋੜ੍ਹੀ ਬਣ ਗਏ। ਸਾਹ ਆਉਂਦਾ ਆ ਤਾਂ ਅੰਨ ਪਾਣੀ ਹਜਮ ਹੁੰਦਾ, ਜੇ ਸਾਹ ਨਹੀਂ ਆਉਂਦਾ ਤਾਂ ਅੰਨ ਪਾਣੀ ਨਹੀਂ ਹਜਮ ਹੋ ਸਕਦਾ। ਸੋ ਇਸ ਕਰਕੇ ਜਿਹੜਾ ਮੂਲ ਹੈ, ਸਾਹ ਲੈਣੇ ਵਾਲਾ, ਇਹਨੂੰ ਜਗ ਜੀਵਨ ਕਹਿੰਦਾ। ਅਤੇ ਜਗਤ ਵਿੱਚ ਜੀਵਨ ਤਾਂ ਇਹਦੀ ਬਦੌਲਤ ਹੈ ਸਾਡਾ। ਜੇ ਸਾਹ ਹੀ ਨਾ ਆਵੇ ਤਾਂ ਜਗਤ ਵਿੱਚ ਜੀਵਨ ਕਾਹਦਾ ਫਿਰ, ਜਿੰਨਾ ਮਰਜ਼ੀ ਅੰਨ ਪਾਣੀ ਪਿਆ ਹੋਵੇ। ਸੋ ਇਹ ਹੈ ਪ੍ਰਾਣਾਂ ਦਾ ਆਧਾਰਾ, ਪ੍ਰਾਣ ਆਧਾਰਾ, ਜਗ ਜੀਵਨ ਪ੍ਰਾਣ ਆਧਾਰਾ ਰਹਾਓ। ਤੇਰੇ ਗਲ ਹੈ ਤੌਕ ਪੱਗ ਬੇਰੀ, ਤੂੰ ਘਰ ਘਰ ਰਮਈਆ ਫੇਰੀ। ਹੁਣ ਘਰ ਘਰ ਰਮਈਆ ਫੇਰੀ ਮਤਲਬ ਜੋਨਾਂ, ਕਿਤੇ ਕਿਸੇ ਜੋਨ ਵਿੱਚ, ਕਿਸੇ ਜੋਨ ਵਿੱਚ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਇਆ। ਜਦੋਂ ਦੇ ਗਰਭ ਜੋਨ ਵਿੱਚ ਪੈ ਗਿਆ, ਪਤਾ ਨਹੀਂ ਕਿੰਨੇ ਕੁ ਘਰ ਬਸਾਏ, ਕਿੰਨੀਆਂ ਕੁ ਜੋਨਾਂ ਦੇ ਵਿੱਚ ਘੁੰਮੇ। ਇਹ ਜੋਨਾਂ ਦੇ ਵਿੱਚ ਘੁੰਮਣ ਦਾ ਕਾਰਨ ਕੀ ਹੈ? ਘਰ ਘਰ ਰਮਈਆ ਫੇਰੇ, ਘਰਾਂ ਘਰ ਵਿੱਚ ਫੇਰਾ ਮੇਰਾ ਕਿਉਂ ਪਿਆ? ਮੈਂ ਜੋਨਾਂ ਦੇ ਵਿੱਚ ਕਿਉਂ ਘੁੰਮਿਆ? ਕਹਿੰਦੇ ਤੇਰੇ ਗਲ ਦੇ ਵਿੱਚ ਉਹ ਤੌਕ ਪਟਾ ਪੈ ਗਿਆ, ਪਟਾ ਤੇਰੇ ਗਲ ਤੌਕ ਪੱਗ ਬੇਰੀ, ਪੈਰਾਂ ਦੇ ਵਿੱਚ ਬੇੜੀਆਂ ਪੈ ਗਈਆਂ। ਕਹਿੰਦੇ ਜਿਹੜੀ ਸੰਸਾਰ ਦੀ ਵਿਚਾਰਧਾਰਾ ਹੁੰਦੀ ਨਾ, ਸੋ ਇਹ ਹੈ ਜਦੋਂ ਸੰਸਾਰ ਦੀ ਵਿਚਾਰਧਾਰਾ ਸਾਡੇ ਅੰਦਰ ਹੈ ਅਤੇ ਜੰਮ ਕੀ ਕਰਦਾ? ਉਹ ਜੰਮ ਕੇ ਪਟੇ ਲਿਖਾਈ ਜਾਂ ਜੰਮ ਫਿਰ ਉਹਦੇ ਗਲ ਵਿੱਚ ਪਟਾ ਪਾ ਦਿੰਦਾ, ਕਿਉਂਕਿ ਸੰਸਾਰ ਦੀ ਵਿਚਾਰਧਾਰਾ ਲਈ ਘੁੰਮਦਾ। ਹੁਣ ਜਿਹਦੇ ਗਲ ਦੇ ਵਿੱਚ ਜੰਮ ਨੇ ਪਟਾ ਪਾ ਦਿੱਤਾ, ਉਹਦੇ ਪੈਰਾਂ ਵਿੱਚ ਬੇੜੀਆਂ ਐਸੀਆਂ ਪੈਂਦੀਆਂ ਕਿ ਉਹ ਧਰਮ ਵਾਲੇ ਪਾਸੇ ਚੱਲ ਹੀ ਨਹੀਂ ਸਕਦਾ ਜੀ। ਕਿੱਦਾਂ ਚੱਲੂਗਾ ਜੀ? ਅੰਦਰਲੇ ਜਿਹੜੇ ਉਹਦੇ ਪੈਰ ਨੇ ਨਾ, ਉੱਥੇ ਫਿਰ ਬੇੜੀਆਂ ਪੈ ਗਈਆਂ। ਜੰਮ ਨੇ ਕੰਮ ਕਰ ਦਿੱਤਾ, ਕਹਿੰਦੇ ਜੰਮ ਨੇ ਕੀਤਾ। ਹੁਣ ਆਪਾਂ ਇਸ ਗੱਲ ਨੂੰ ਸਮਝ ਸਕਦੇ ਹਾਂ, ਜੇ ਹੁਣ ਮੇਰੇ ਅੰਦਰ ਸੰਸਾਰਕ ਵਿਚਾਰਧਾਰਾ ਪ੍ਰਬਲ ਹੈ, ਬਹੁਤ ਵੱਡੀ ਪ੍ਰਬਲ ਹੈ, ਵੀ ਮੈਂ ਆਹ ਕੰਮ ਕਰੂੰਗਾ ਤਾਂ ਮੇਰੇ ਆਹ ਕੰਮ ਹੋਣੇ ਨੇ। ਹੁਣ ਉਹਦੇ 'ਚੋਂ ਟਾਈਮ ਹੀ ਨਹੀਂ ਨਿਕਲਦਾ, ਮੇਰਾ ਤਾਂ ਟਾਈਮ ਹੀ ਨਹੀਂ ਸੰਸਾਰ ਦੇ ਕੰਮਾਂ ਦੇ ਵਿੱਚੋਂ। ਮੈਂ ਧਰਮ ਵਾਲੇ ਪਾਸੇ ਕਿੱਦਾਂ ਚੱਲ ਪਵਾਂਗਾ? ਉੱਧਰ ਵੀ ਤਾਂ ਸਮਾਂ ਚਾਹੀਦਾ ਨਾ, ਬਾਣੀ ਪੜ੍ਹਨ ਲਈ ਸਮਾਂ ਚਾਹੀਦਾ ਹੈ, ਬਾਣੀ ਵਿਚਾਰਨ ਲਈ ਸਮਾਂ ਚਾਹੀਦਾ ਹੈ, ਭਾਈ ਨਾਮ ਜਪਣ ਲਈ ਸਮਾਂ ਚਾਹੀਦਾ ਹੈ। ਅਤੇ ਉਹ ਹੁਣ ਮੇਰੇ ਪੈਰ ਤਾਂ ਬੰਨ੍ਹ ਲੈ ਮੇਰੀ ਵਿਚਾਰਧਾਰਾ ਨੇ, ਉਹ ਬੇੜੀ ਪੈ ਗਈ। ਸੋ ਇਸੇ ਹੀ ਕਰਕੇ ਨਹੀਂ ਇਸ ਧਰਮ ਵਾਲੇ ਪਾਸੇ ਚੱਲਿਆ ਜਾਂਦਾ ਹੈ। ਅਤੇ ਹੁਣ ਜੇ ਆਪਾਂ ਇਹੋ ਜਿਹੜਾ ਗਲ ਦੇ ਵਿੱਚ ਪਟਾ ਗੁਰੂ ਦਾ ਪਾ ਲਈਏ, ਜਿਸ ਨੇ ਗਲ ਦੇ ਵਿੱਚ ਪਟਾ ਗੁਰੂ ਦਾ ਪਾ ਲਿਆ, ਗੁਰਮਤ ਦੀ ਸੋਚ ਦਾ ਪਾ ਲਿਆ, ਉਹਦੇ ਪੈਰਾਂ ਦੇ ਵਿੱਚ ਜਿਹੜੀ ਬੇੜੀ ਆ ਫਿਰ ਗੁਰੂ ਦੇ ਗਿਆਨ ਦੀ ਪੈਂਦੀ। ਉਹ ਸੰਸਾਰ ਵਾਲੇ ਪਾਸੇ ਨਹੀਂ ਚੱਲ ਸਕਦਾ, ਉਹ ਚੱਲੇ ਹੀ ਨਹੀਂ ਸਕਦਾ ਸੰਸਾਰ ਵਾਲੇ ਪਾਸੇ। ਕਿਉਂ? ਹੁਣ ਦੂਜੇ ਪਾਸੇ ਨੂੰ ਬੇੜੀਆਂ ਪੈ ਗਈਆਂ, ਨਹੀਂ ਚੱਲਦੇ। ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹ ਸੰਸਾਰ ਵਾਲੇ ਪਾਸੇ ਨਹੀਂ ਚੱਲਦੇ, ਸੋਚਦੇ ਵੀ ਨਹੀਂ, ਉਹ ਸੋਚਦੇ ਵੀ ਨਹੀਂ। ਚੱਲਣਾ ਤਾਂ ਬੜੀ ਦੂਰ ਦੀ ਬਾਤ ਹੈ, ਚੱਲਣਾ ਹੀ ਨਹੀਂ। ਕਹਿੰਦੇ ਜਿਸ ਰਾਹ ਤੁਰਨਾ ਹੀ ਨਹੀਂ, ਉਹ ਰਾਹ ਪੁੱਛਣਾ ਹੀ ਕਾਹਤੇ ਹੈ? ਜਦੋਂ ਤਾਂ ਚੱਲਣਾ ਹੀ ਨਹੀਂ ਅਸੀਂ, ਅਤੇ ਫਿਰ ਕੀ ਲੋੜ ਆ ਉਹਦੇ ਬਾਰੇ ਪੁੱਛ ਪੁਛਾਈਆ ਕਰਨ ਦੀ? ਉਹ ਨਹੀਂ ਚੱਲਦੇ ਹੈਗੇ। ਹੁਣ ਇਹ ਆਪਾਂ ਵੇਖਣਾ ਵੀ ਪਟਾ ਕਿਹੜਾ ਪਾਉਣਾ, ਗੁਰੂ ਦੇ ਗਿਆਨ ਦਾ, ਗੁਰੂ ਦੀ ਰਹਿਤ ਦਾ ਪਟਾ ਪਾਉਣਾ। ਆਹ 10ਵੇਂ ਪਾਤਸ਼ਾਹ ਜੀ ਨੇ ਸਾਨੂੰ ਜਿਹੜਾ ਅੰਮ੍ਰਿਤ ਛਕਾਇਆ, ਜਿਹਦੀ ਵਿਚਾਰਧਾਰਾ ਸਹੀ ਤਰੀਕੇ ਨਾਲ ਲਈਏ
ਸੱਚਮੁੱਚ ਹੀ ਜਦੋਂ ਅੰਮ੍ਰਿਤ ਛਕਿਆ ਹੁੰਦਾ ਨਾ, ਪਟਾ ਪੈ ਜਾਂਦਾ ਜਦੋਂ ਗਲ ਦੇ ਵਿੱਚ, ਪੈਰਾਂ ਨੂੰ ਬੇੜੀਆਂ ਪਈਆਂ ਹੁੰਦੀਆਂ ਰਹਿਤ ਦੀਆਂ, ਅਤੇ ਉਂਝ ਨਹੀਂ ਇਹਨੂੰ ਗਿਆਨ, ਭਾਵੇਂ ਗਿਆਨ ਨਹੀਂ ਹੈ, ਪਰ ਪੈਰਾਂ ਨੂੰ ਬੇੜੀਆਂ ਐਸੀਆਂ ਪੈ ਜਾਂਦੀਆਂ ਕਿ ਵੀ ਗੁਰੂ ਕਾ ਸਿੱਖ, ਆਹ ਕੰਮ ਨਹੀਂ ਕਰਨਾ, ਆਹ ਕੰਮ ਨਹੀਂ ਕਰਨਾ, ਇੱਧਰ ਨਹੀਂ ਜਾਣਾ, ਇੱਧਰ। ਉਹ ਬੇੜੀ ਪਾਤੀ ਨਾ ਹੁਣ ਗੁਰੂ ਨੇ, ਹੁਣ ਚੱਲ ਕੇ ਦਿਖਾ। ਜੇ ਤਾਂ ਤੂੰ ਪਟਾ ਰੱਖੇਗਾ, ਬੇੜੀ ਪਈ ਰਹਿਣੀ ਗੁਰੂ ਦੇ ਗਿਆਨ ਦੀ, ਨਹੀਂ ਗਲਤ ਹੋਵੇਗਾ, ਨਹੀਂ ਜਮਾਂ ਦੇੜਕੇ ਚੜ੍ਹੇਗਾ। ਜੇ ਤੂੰ ਪਟਾ ਲਾਤਾ ਅਤੇ ਚੱਲ ਕਹਿਣਾ ਹੁਣ ਕਾਹਦਾ, ਹੁਣ ਕਾਹਦਾ ਡਰਿਆ ਕਹਿਣਾ। ਫਿਰ ਦੂਜਾ ਜੰਮ ਤਾਂ ਦੇਰੀ ਨਹੀਂ ਲਾਉਂਦਾ ਹੈ, ਜੰਮ ਤਾਂ ਜਦੋਂ ਹੀ ਪਟਾ ਪਾਉਂਦਾ, ਗੁਰੂ ਦਾ ਪਟਾ ਪਾਉਣਾ ਜਾਂ ਜੰਮ ਦਾ ਪਟਾ ਪਾਉਣਾ। ਜੇ ਗੁਰੂ ਦਾ ਪਟਾਇਆ ਉੱਥੇ ਜੰਮ ਦਾ ਪਟਾ ਨਹੀਂ ਪੈ ਸਕਦਾ। ਜਿੱਥੇ ਗੁਰੂ ਦਾ ਪਟਾ ਨਹੀਂ ਹੈ ਉੱਥੇ ਜੰਮ ਦਾ ਪਟਾ ਪੈਣਾ ਹੀ ਪੈਣਾ। ਅਤੇ ਫਿਰ ਕੀ, ਫਿਰ ਆਪਣੀ ਹੀ ਜਿਹੜੀ ਵਿਚਾਰਧਾਰਾ ਸੰਸਾਰਿਕ ਹੈ ਅਤੇ ਉਹਦੀ ਬੇੜੀ ਪੈਰਾਂ ਵਿੱਚ ਪੈ ਜਾਣੀ, ਨਹੀਂ ਧਰਮ ਵਾਲੇ ਪਾਸੇ ਚੱਲਿਆ ਜਾਂਦਾ ਹੈ ਜੀ। ਬੜੇ ਨੇ ਸੰਸਾਰ ਵਿੱਚ ਆਪਾਂ ਵੇਖਦੇ ਹੀ ਹਾਂ ਜਿਹੜੇ ਇੱਧਰਲੇ ਪਾਸੇ ਨੂੰ ਨਹੀਂ ਚੱਲਦੇ, ਟਾਈਮ ਹੀ ਹੈ ਨਹੀਂ ਕਹਿੰਦੇ, ਉੱਦਾਂ ਸੌਂ ਕੇ ਟਾਈਮ ਬਤੀਤ ਕਰ ਲੈਣਗੇ, ਗੱਪਾਂ ਮਾਰ ਕੇ ਟਾਈਮ ਬਤੀਤ ਕਰ ਲੈਣਗੇ। ਹਾਂ ਵੀ ਸੰਗਤ ਵਿੱਚ ਬਹਿ ਲਈਏ, ਕਿਸੇ ਗੁਰਮੁਖ ਦੇ ਨਾਲ ਕਿਸੇ ਨਾਲ ਵਿਚਾਰ ਕਰ ਲਈਏ, ਬਾਣੀ ਦੀ ਸਮਾਂ ਕੱਢੀਏ, ਸਮਾਂ ਕੱਢਣਾ ਪੈਂਦਾ ਨਾ। ਸੋ ਸਮਾਂ ਇੱਧਰ ਨੂੰ ਸਮਾਂ ਨਹੀਂ ਕੱਢਣਾ, ਦੂਜੇ ਪਾਸੇ TV ਵੇਖ ਲਓ, ਖਬਰਾਂ ਵੇਖ ਲਓ, ਦੇਸ਼ ਦੁਨੀਆ ਦੀਆਂ ਸਾਰੀਆਂ ਖਬਰਾਂ। ਗੁਰਬਾਣੀ 'ਚ ਜਪਜੀ ਸਾਹਿਬ 'ਚ ਕੀ ਲਿਖਿਆ ਪਤਾ ਹੀ ਕੱਖ ਨਹੀਂ, ਪਟਾ ਪਿਆ ਨਾ, ਬੇੜੀ ਪੈ ਗਈ ਨਾ, ਪਤਾ ਹੀ ਧਿਆਨ ਨੂੰ ਬੇੜੀ ਪੈ ਗਈ, ਇੱਧਰ ਨੂੰ ਧਿਆਨ ਹੀ ਨਹੀਂ ਜਾਂਦਾ ਪਿਆ। ਕਿਹਨੇ ਪਾਤਾ? ਜੰਮ ਨੇ ਪਾਤਾ, ਜੰਮ ਨੇ ਪਟਾ ਪਾਤਾ, ਜੰਮ ਨੇ ਬੇੜੀ ਪਾਤੀ। ਕਹਿੰਦੇ ਤੂੰ ਅਜ ਹੁਣ ਚੇਤਿਸ ਚੇਰੀ, ਤੂੰ ਜੰਮ ਬਪਰੀ ਹੈ ਹੇਰੀ। ਉਹ ਬੁੱਧੀਏ, ਚੇਰੀ ਬੁੱਧੀ ਨੂੰ ਕਹਿੰਦਾ, ਤੂੰ ਅਜੇ ਵੀ ਇਹਨੂੰ ਚੇਤੇ ਨਹੀਂ ਕਰਦੀ, ਤੈਨੂੰ ਪਤਾ ਨਹੀਂ ਜੰਮ ਤੈਨੂੰ ਤੱਕਦਾ ਪਿਆ, ਜੰਮ ਬਪਰੀ ਹੈ ਹੇਰੀ, ਤੂੰ ਜੰਮ ਦੀ ਨਿਗਾਹ ਦੇ ਵਿੱਚ ਹੈ। ਅਜੇ ਵੀ ਸੰਸਾਰਕ ਵਿਚਾਰਧਾਰਾ ਛੱਡ ਕੇ ਜਿਹੜੀ ਗੁਰੂ ਦੀ ਵਿਚਾਰਧਾਰਾ ਆ ਉਹਨੂੰ ਗ੍ਰਹਿਣ ਕਰ ਲੈ। ਘੱਟੋ ਘੱਟ ਪੜ੍ਹ, ਸੁਣ, ਵਿਚਾਰ, ਚੱਲਣ ਦੀ ਗੱਲ ਤਾਂ ਬਾਅਦ ਵਿੱਚ ਆ ਨਾ। ਉਹ ਤਾਂ ਆਪੇ ਫਿਰ ਨੇ ਤੋਰ ਲੈਣਾ ਗੁਰੂ ਨੇ, ਉਹ ਆਪ ਹੀ ਬੁੱਧੀ ਨੇ ਤੁਰ ਪੈਣਾ, ਕਿਉਂਕਿ ਉਹਨੇ ਦੇਖਣਾ ਵੀ ਇਹ ਵੀ ਆਹ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ, ਕਹਿਣਾ ਵੀ ਜਿੰਨਾ ਕੁਛ ਲਿਖਿਆ ਹੈ। ਅਸਲ ਜੀਵਨ ਤਾਂ ਗੁਰਬਾਣੀ ਹੈ, ਅਸਲ ਜ਼ਿੰਦਗੀ ਤਾਂ ਗੁਰਬਾਣੀ ਦਿੰਦੀ, ਆਪੇ ਤੁਰ ਪੈਂਦੇ ਨੇ। ਫਿਰ ਸੋ ਇਸ ਕਰਕੇ ਤੈਨੂੰ ਜੰਮ, ਤੇਰੀ ਤੇ ਜੰਮ ਦੀ ਨਿਗਾਹ ਆ। ਜੇ ਤੂੰ ਚਾਹੁੰਦੀ ਹੈ ਵੀ ਜੰਮ ਦੀ ਨਿਗਾਹ ਤੇਰੇ ਤੇ ਨਾ ਰਹੇ ਤੇ ਗੁਰਬਾਣੀ ਵਾਲੇ ਪਾਸੇ ਕਹਿੰਦੇ ਲੱਗ ਜਾ। ਪ੍ਰਭ ਕਰਨ ਕਰਾਵਨ ਹਾਰੀ, ਕਿਆ ਚੇਰੀ ਹਾਥ ਵਿਚਾਰੀ। ਹੁਣ ਇੱਥੇ ਪ੍ਰਭ, ਜਿਹੜਾ ਪ੍ਰਭ ਹੈ ਅਤੇ ਇਹ ਹੁਣ ਪੁਲਿੰਗ ਸ਼ਬਦ ਹੈ। ਕਰਨ ਕਰਾਵਨਹਾਰੀ ਇਸਤਰੀ ਲਿੰਗ ਆ ਜਾਂਦਾ। ਹੁਣ ਜਿਹੜਾ ਰੱਬ ਆ ਨਾ, ਉਹਦੇ 'ਤੇ ਆ ਜਿਹੜੀ ਵਿਆਕਰਣ ਦਾ ਕੋਈ ਅਸੂਲ ਨਹੀਂ ਲੱਗਦਾ। ਵੇਦ ਵਿਆਕਰਣ ਵਿਚਾਰਿਆ, ਗੁਰਬਾਣੀ ਵਿੱਚ ਵੇਦ ਵਿਆਕਰਣ ਚੱਲਦੀ, ਵੇਦ ਵਿਆਕਰਣ। ਬ੍ਰਹਮ ਵਿਚਾਰ ਦੀ ਆਪਣੀ ਹੀ ਵਿਆਕਰਣ ਹੈ। ਜਿੱਦਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਉਹ ਇੱਕੋ ਹੀ ਹੈ। ਹੁਣ ਮਾਤਾ ਇਸਤਰੀ ਲਿੰਗ ਹੈ, ਇਸ ਕਰਕੇ ਪ੍ਰਭ ਕਰਨ ਕਰਾਵਨਹਾਰੀ, ਪ੍ਰਭ ਕਰਨ ਕਰਾਵਨਹਾਰਾ ਨਹੀਂ ਲਿਖਿਆ ਹੈ, ਪ੍ਰਭ ਕਰਨ ਕਰਾਵਨਹਾਰੀ ਇੱਕੋ ਹੀ ਚੀਜ਼ ਹੈ। ਉਹ ਇੱਕੋ ਹੀ ਚੀਜ਼ ਹੈ ਵੀ ਤੂੰ ਹੇ ਪ੍ਰਮਾਤਮਾ ਪਰਮੇਸ਼ਰ, ਤੂੰ ਹੀ ਸਭ ਕੁਛ ਕਰਨ ਕਰਾਵਨਹਾਰਾ। ਕਿਆ ਚੇਰੀ ਹੱਥ ਵਿਚਾਰੀ, ਬੁੱਧੀ ਦੇ ਹੱਥ ਵਿੱਚ ਕੀ ਹੈ? ਬੁੱਧੀ ਦੇ ਹੱਥ ਵਿੱਚ ਕੁਝ ਨਹੀਂ। ਇਸੇ ਕਰਕੇ ਬਾਣੀ ਵਿੱਚ ਸਾਨੂੰ ਇਹ ਵੀ ਗੱਲ ਸਮਝਾਈ, ਗੁਰੂ ਨੂੰ ਕਹੋ ਤੂੰ ਮੇਰੀ ਓਟ ਬਲ ਬੁੱਧ ਧਨ ਤੁਮ ਹੀ। ਬੁੱਧੀ ਚੰਗੀ ਆ ਜਾਂਦੀ ਹੈ ਜੇ ਗੁਰੂ ਨੂੰ ਕਹਿਣਾ ਹੀ ਨਹੀਂ, ਬੁੱਧੀ ਤੋਂ, ਗੁਰੂ ਤੋਂ ਬੁੱਧੀ ਚੰਗੀ ਮੰਗਣੀ ਹੀ ਨਹੀਂ, ਫਿਰ ਗੁਰੂ ਨੂੰ ਵੀ ਕੀ ਲੋੜ ਹੈ ਚੰਗੀ ਬੁੱਧ ਦੇਣ ਦੀ। ਪਤਾ ਹੀ ਹੁੰਦਾ ਸਾਰਿਆਂ ਨੂੰ ਮੇਰੀ ਬੁੱਧ ਚੰਗੀ ਜਾਂ ਮਾੜੀ। ਜਦੋਂ ਮਾੜੀ ਬੁੱਧ ਆਈ, ਜਦੋਂ ਗੁਰੂ ਕੋਲ ਰੌਲੀ ਪਾਓ, ਬੇਨਤੀ ਕਰੋ ਸੱਚੇ ਪਾਤਸ਼ਾਹ ਮਾੜੀ ਬੁੱਧ ਮੇੜ ਦੇ ਮੇਰੀ। ਕਹਿਣਾ ਸੱਚੇ ਪਾਤਸ਼ਾਹ ਮਾੜੀ ਬੁੱਧ ਮੇੜ ਕੇ ਚੰਗੀ ਬੁੱਧ ਦੀ ਦਾਤ ਬਖਸ਼ਿਸ਼ ਕਰਦੇ। ਕਹਿੰਦੇ ਇਸ ਬੁੱਧੀ ਦੇ ਹੱਥ ਵਿੱਚ ਕੁਝ ਨਹੀਂ। ਸੋਈ ਸੋਈ ਜਾਗੀ, ਜਿਤ ਲਾਈ ਤਿਤ ਲਾਗੀ। ਜਨਮਾਂ ਜਨਮਾਤਰਾਂ ਦੀ ਸੁੱਤੀ ਹੋਈ ਇਹ ਬੁੱਧ ਜਾਗ ਗਈ। ਹੁਣ ਜਦੋਂ ਇਹ ਜਾਗੀ ਹੈ ਨਾ, ਅਤੇ ਹੁਣ ਗੁਰੂ ਨੇ ਜਿੱਧਰ ਨੂੰ ਲਾਇਆ ਉੱਧਰ ਲੱਗ ਗਈ। ਜਿੱਦਾਂ ਹੁਣ ਸੁੱਤਾ ਬੰਦਾ, ਉਹਨੂੰ ਕਿੱਧਰ ਲਾ ਲੈਣਾ ਬਈ,
ਉਹ ਤਾਂ ਸੁੱਤਾ ਹੋਇਆ। ਉਹਨੂੰ ਜਾਗੂਗਾ ਤਦੇ ਉਹਨੂੰ ਕੁਝ ਦੱਸਿਆ ਜਾਵੇਗਾ, ਤਦੇ ਉਹਨੂੰ ਆਪਣੀ ਗੱਲ ਮਨਾਵਾਂਗੇ। ਜਗਿਆਸੂ ਦਾ ਅਰਥ ਕੀ? ਅੰਦਰੋਂ ਜਾਗਿਆ ਹੋਇਆ। ਹੁਣ ਜਿਹੜਾ ਜਾਗ ਗਿਆ ਉਹਦੇ 'ਤੇ ਹੀ ਗੁਰਬਾਣੀ ਦਾ ਗਿਆਨ ਅਸਰ ਕਰੇਗਾ। ਉਹੀ ਫਿਰ ਬਾਣੀ ਪੜ੍ਹਨ ਲੱਗੂਗਾ, ਸੰਗਤ ਕਰੂਗਾ, ਬਾਣੀ ਦੀ ਵਿਚਾਰ ਕਰੂਗਾ, ਉਹੀ ਜਿੱਤ ਲਾਇਆ ਤਿਤ ਲੱਗ। ਹੁਣ ਗੁਰਬਾਣੀ ਜਿਹੜੀ ਹੈ ਸੋ ਉਹਨੇ ਜਿੱਧਰਲੇ ਪਾਸੇ ਲਾਉਣਾ ਉੱਧਰਲੇ ਪਾਸੇ ਲੱਗ ਜਾਣਾ। ਪਰ ਜਿਹੜਾ ਜਾਗਿਆ ਹੋਇਆ, ਜਿਹੜੀ ਬੁੱਧੀ ਸੁੱਤੀ ਹੋਈ ਹੈ, ਅਤੇ ਉਹਨੂੰ ਜਿੰਨਾ ਮਰਜ਼ੀ ਕਹੀ ਜਾਓ, ਕਹਿੰਦੇ ਉਹਨੂੰ ਕੁਝ ਫਰਕ ਨਹੀਂ ਪੈਂਦਾ। ਹੁਣ ਕਬੀਰ ਸਾਹਿਬ ਜੀ ਦੀ ਮੱਤ ਜਾਗੀ ਹੋਈ ਸੀ, ਇੱਧਰਲੇ ਪਾਸੇ ਨੂੰ ਲੱਗ ਗਿਆ। ਕਹਿੰਦੇ ਚੇਰੀ ਤੈਂ ਸੋ ਮਤ ਕਹਾਂ ਤੇ ਪਾਈ, ਜਾਤੇ ਭ੍ਰਮ ਕੀ ਲੀਕ ਮਿਟਾਈ। ਹੁਣ ਜਿਹੜੇ ਇਸ ਪਾਸੇ ਨੂੰ ਚੱਲ ਪਏ, ਹੁਣ ਉਹਨਾਂ ਨੂੰ ਜਦੋਂ ਪੁੱਛਿਆ ਜਾਂਦਾ ਵੀ ਕਿੱਥੋਂ ਗਿਆਨ ਪ੍ਰਾਪਤ ਕੀਤਾ, ਵੀ ਭ੍ਰਮ ਹੀ ਖਤਮ ਹੋ ਗਿਆ। ਹੁਣ ਜਿਹੜੇ ਸੰਸਾਰ ਦੇ ਲੋਕ ਜਿਹੜੇ ਨੇ ਲਕੀਰ ਦੇ ਫਕੀਰ ਬਣੇ ਹੋਏ ਨੇ, ਹਾਂ ਵੀ ਸਾਡੇ ਬਜ਼ੁਰਗਾਂ ਨੇ ਆਹ ਕੰਮ ਕੀਤਾ, ਅਸੀਂ ਵੀ ਆਹ ਕੰਮ ਕਰਨਾ। ਬੜੇ ਨੇ ਐਸੇ ਜਿਹੜੇ ਜਠੇਰਿਆਂ ਦੀ ਪੂਜਾ ਕਰਨ ਵਾਲੇ ਨੇ, ਨਹੀਂ ਸਾਡੇ ਵੱਡੇ ਵਡੇਰੇ ਕਹਿੰਦੇ ਇੱਥੇ ਜਾਂਦੇ ਹੁੰਦੇ ਸੀਗੇ। ਇਹ ਨਾ ਭਰਮ ਦੀ ਲੀਕ ਹੈ, ਤੁਰੇ ਹੋਏ ਨੇ, ਪੁਸ਼ਤਾ ਹੋ ਗਈਆਂ ਤੁਰਿਆ ਹੋਇਆਂ ਨੂੰ। ਮੱਤ ਸੁੱਤੀ ਹੋਈ ਹੈ, ਬੁੱਧ ਜਾਗੀ ਨਹੀਂ। ਜਿਹਦੇ ਕਰਕੇ ਫਿਰ ਜਿੱਦਾਂ ਵੱਡੇ ਵਡੇਰੇ ਚੱਲੇ ਆਏ ਉੱਦਾਂ ਹੀ ਭਾਈ ਜਠੇਰੇ ਜਿਹੜੇ ਸਭ ਤੋਂ ਵੱਡਾ ਹੋਵੇਗਾ ਜਿਹੜਾ ਰੱਬ ਸੀਗਾ, ਉਹਦਾ ਲੇਖਾ ਮੁੱਕਿਆ ਜਾਂ ਨਹੀਂ ਮੁੱਕਿਆ, ਕਿੱਥੇ ਭਟਕਦਾ ਪਿਆ, ਕੀ ਉਹਦੀ ਦਸ਼ਾ ਆ, ਪਤਾ ਕਿਸੇ ਨੂੰ ਵੀ ਨਹੀਂ ਪਤਾ। ਬਈ ਜਠੇਰਿਆਂ ਦੀ ਪੂਜਾ ਨੇ, ਜਠੇਰੇ ਦਾ ਅਰਥ ਹੁੰਦਾ ਵੱਡਾ। ਵੱਡਾ ਕੌਣ ਆ? ਗੁਰੂ ਹੈ। ਵੱਡਾ ਤਾਂ ਗੁਰੂ ਹੈ ਨਾ। ਸੋ ਗੁਰੂ ਤੋਂ ਵੱਡਾ ਕੋਈ ਹੋ ਸਕਦਾ? ਗੁਰੂ ਤੋਂ ਵੱਡਾ ਕੋਈ ਨਹੀਂ ਹੈ। ਸੋ ਇਸ ਕਰਕੇ ਜਿਸ ਨੇ ਗੁਰੂ ਦੀ ਪੂਜਾ ਕਰ ਲਈ, ਸਾਰੀਆਂ ਪੂਜਾ ਉਹਦੇ ਵਿੱਚ ਹੀ ਆ ਜਾਂਦੀਆਂ ਹਨ। ਸਾਡੇ ਵੱਡੇ ਵਡੇਰੇ ਤਾਂ ਗੁਰੂ ਸਾਹਿਬਾਨ ਜਿਨ੍ਹਾਂ ਦੀ ਬਾਣੀ ਪਈ, ਸਾਡੇ ਵੱਡੇ ਵਡੇਰੇ। ਨਾਲੇ ਕਿੰਨਾ ਮੈਂ ਗੁਰੂ ਨਾਨਕ ਦਾ ਸਿੱਖ ਹੈ। ਜਠੇਰੇ ਕਿਹੜੇ ਹੋਏ? ਜਿਹੜੇ ਸਾਡਾ ਗੁਰੂ ਹੀ ਜਠੇਰਾ ਹੈ, ਇਹ ਵੱਡਾ ਹੈ। ਹੁਣ ਪਾਤਸ਼ਾਹ ਕਹਿੰਦੇ, ਕਬੀਰ ਸਾਹਿਬ ਜੀ ਕਹਿੰਦੇ, ਜਿਨ੍ਹਾਂ ਦੇ ਅੰਦਰੋਂ ਭਰਮ ਦੀ ਲੀਕ ਮਿਟ ਜਾਂਦੀ ਹੈ, ਉਹ ਲਕੀਰ ਦੇ ਫਕੀਰ ਨਹੀਂ ਬਣਦੇ। ਜੋ ਭਰਮ ਪਾਲ ਰੱਖਿਆ ਹੋਇਆ ਸੀਗਾ, ਲੀਕ ਦਾ ਅਰਥ ਹੁੰਦਾ ਭਰਮ ਨੂੰ ਪਾਲਿਆ ਹੋਇਆ। ਇਹ ਭਰਮ ਕੀ ਪਾਲਿਆ ਹੋਇਆ? ਮੈਂ ਸदैਵੀ ਰਹਿਣਾ। ਭਰਮ ਕੀ ਪਾਲਿਆ ਹੋਇਆ? ਕਿਸੇ ਨੇ ਬੇਇੱਜ਼ਤੀ ਕਰਤੀ, ਕਹਿਣਾ ਮੇਰੇ ਬੇਇੱਜ਼ਤੀ ਹੋ ਗਈ, ਭਰਮ ਹੀ ਪਾਲਿਆ ਹੋਇਆ। ਨਾ ਮਾਨ ਹੈ ਨਾ ਅਪਮਾਨ ਹੈ। ਜੇ ਇੱਜ਼ਤ ਮਿਲ ਗਈ, ਮੇਰੀ ਬੜੀ ਇੱਜ਼ਤ ਹੋ ਰਹੀ ਹੈ, ਇਹ ਵੀ ਮੈਂ ਭਰਮ ਪਾਲਦਾ ਪਿਆ। ਮੇਰੀ ਬੇਇੱਜ਼ਤੀ ਹੋ ਗਈ, ਮੇਰੀ ਕਿਸੇ ਨੇ ਬੇਇੱਜ਼ਤੀ ਕਰਤੀ, ਮੈਂ ਭਰਮ ਪਾਲਦਾ ਪਿਆ। ਨਾ ਮਾਨ ਹੈ ਨਾ ਅਪਮਾਨ ਹੈ, ਨਾ ਨਫਾ ਹੈ ਨੁਕਸਾਨ ਹੈ। ਜੇ ਨਫਾ ਭਰਮ ਪਾਲਿਆ ਹੋਇਆ ਵੀ ਮੈਨੂੰ ਲਾਭ ਹੋ ਗਿਆ, ਨੁਕਸਾਨ ਹੋ ਗਿਆ ਵੀ ਭਰਮ ਹੈ। ਇਹ ਭਰਮ ਦੀ ਲੀਕ ਹੈ। ਇਹ ਕਿੱਦਾਂ ਮਿਟਦੀ ਹੈ? ਕਹਿੰਦੇ ਜਦੋਂ ਸੋਝੀ ਮਿਲਦੀ ਹੈ, ਜਦੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਹੁੰਦਾ। ਕਬੀਰ ਸਾਹਿਬ ਨੇ ਲੀਕ ਮੇਟ ਦਿੱਤੀ ਹੋਈ ਸੀ। ਇਸ ਕਰਕੇ ਕਬੀਰ ਸਾਹਿਬ ਨੇ ਕਹਿ ਤਾ, ਕਹਿੰਦੇ ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੂ ਸਿਓ ਨਾਹੀ। ਕਹਿੰਦੇ ਮੈਂ ਜੇ ਮੰਦਾ, ਲੋਕ ਮੈਨੂੰ ਮੰਦਾ ਕਹਿੰਦੇ, ਮੈਂ ਆਪਣੇ ਵਿੱਚ ਹੀ ਮੰਦਾ ਨਾ, ਰਹਿਣ ਦਿਓ, ਮੇਰੇ ਨਾਲ ਸਾਂਝ ਪਾਤ ਕੁਝ ਨਾ ਕਰੋ। ਕਹਿੰਦੇ ਭਰਮ ਦੀ ਲੀਕ ਮੇਟ ਦਿੱਤੀ ਹੋਈ ਸੀ। ਕੋਈ ਮਾਨ ਅਪਮਾਨ ਨਹੀਂ ਹੁੰਦਾ, ਕੋਈ ਪਾਪ ਪੁੰਨ ਨਹੀਂ ਹੁੰਦਾ। ਸੋ ਕਰਨਾ ਹੀ ਨਹੀਂ, ਮਾੜਾ ਕਰਨਾ ਹੀ ਨਹੀਂ। ਜੋ ਤਾਂ ਉਹ ਹੁਣ ਪੁੰਨ ਕਰਦੇ ਸਵਰਗ ਜਾਣ ਵਾਸਤੇ ਥੋੜ੍ਹੀ ਕਰਦੇ ਨਹੀਂ। ਭਈ ਅਸੀਂ ਇਨਸਾਨ ਮਨੁੱਖ ਬਣਾਇਆ, ਚੰਗਾ ਕਰਮ ਕਰਨਾ ਸਾਡਾ ਫਰਜ਼ ਹੈ। ਆਪਣਾ ਫਰਜ਼ ਪਛਾਣ ਕੇ ਕਰਦੇ ਆ। ਅਤੇ ਸਭ ਤੋਂ ਚੰਗਾ ਕਰਮ ਕੀ ਹੈ? ਸੰਗਤ ਕਰਨੀ, ਬਾਣੀ ਪੜ੍ਹਨੀ, ਨਾਮ ਜਪਣਾ। ਇਹ ਹੈ ਚੰਗਾ ਕਰਮ। ਕਿਸੇ ਨੂੰ ਅਸੀਂ ਲੰਗਰ ਛਕਾਉਣੇ, ਕਿਸੇ ਨੂੰ ਇੱਕ ਟਾਈਮ ਛਕਾ ਦੇਵਾਂਗੇ, 2 ਟਾਈਮ ਛਕਾ ਦੇਵਾਂਗੇ। ਉਹ ਜਿਹੜਾ ਭਾਈ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਵੀ ਰਿਜ਼ਕ ਦਿੰਦਾ, ਉਹਨੂੰ ਫਿਕਰ ਨਹੀਂ? ਉਹਨੂੰ ਸਭਨਾਂ ਦਾ ਫਿਕਰ ਹੈ। ਜਿਹੜਾ ਉਹ ਕੰਮ ਕਹਿੰਦਾ ਉਹ ਕਰਨਾ ਨਹੀਂ। ਸੋ ਪੰਡਤਾਂ ਤੋਂ ਡਰਦੇ ਮਾਰੇ ਨਾ ਵੀ ਰਾਹੂ ਕੇਤੂ ਨੂੰ ਸੰਭਾਲਣ ਵਾਸਤੇ ਜਾਂ ਹੋਰ ਗ੍ਰਹਿ ਸ਼ਾਂਤ ਕਰਨ ਵਾਸਤੇ ਜੋ ਉਹਨਾਂ ਨੇ ਕਹੀ ਜਾਣਾ ਉਹ ਕਰੀ ਜਾਣਾ, ਉਹਨੂੰ ਪੁੰਨ ਕਹੀ ਜਾਂਦੇ। ਭਾਈ ਸਭ ਤੋਂ ਵੱਡਾ ਪੁੰਨ ਹੈ ਗੁਰੂ ਨੂੰ ਮੱਥਾ ਟੇਕਣਾ, ਬਾਣੀ ਪੜ੍ਹਨੀ। ਸਭ ਤੋਂ ਵੱਡਾ ਪੁੰਨ ਹੈ ਬਾਣੀ ਦੀ ਵਿਚਾਰ ਕਰਨੀ। ਇਹਦੇ ਨਾਲ ਪੁੰਨ ਬਣਦੇ ਹੁੰਦੇ ਨੇ। ਪੁੰਨਾਂ ਤੋਂ ਬਾਅਦ ਹੀ ਫਿਰ ਸੋ ਲਿਵ ਤਾਂ ਬਾਅਦ 'ਚ ਹੀ ਲੱਗਦੀ ਨਾ। ਇਹ ਪੁੰਨ ਇੰਝ ਬਣਨਗੇ ਤਾਂ ਲਿਵ ਲੱਗਣੀ। ਜੇ ਸੰਸਾਰਕ ਪੁੰਨਾਂ ਵਾਲੇ ਪਾਸੇ ਚੱਲਦੇ ਤਾਂ ਮਨ ਤਾਂ ਉੱਧਰ ਭਟਕੀ ਜਾਣਾ, ਉੱਥੋਂ ਲਿਵ ਕਿੱਥੋਂ ਲੱਗ ਜਾਊ? ਉਹ ਤਾਂ ਲੱਗੇ ਨਹੀਂ ਸਕਦੇ। ਸੋ ਇਸ ਕਰਕੇ ਭਰਮ ਕੀ ਲੀਕ ਮੇਟੀ, ਚੇਰੀ ਬੁੱਧੀ ਤੇ ਸਮਾਤ ਕਿੱਥੋਂ ਪਾ ਲਈ। ਹੁਣ ਕਬੀਰ ਸਾਹਿਬ ਜੀ ਆਪਣੀ ਗੱਲ ਦੱਸਦੇ, ਕਹਿੰਦੇ ਸੋ ਰਸ ਕਬੀਰ ਜਾਣਿਆ। ਉਹ ਰਸ ਜਾਣ ਲਿਆ।
ਕਿੱਥੋਂ ਜਾਣਿਆ? ਇੱਥੇ ਕਬੀਰਾ ਸ਼ਬਦ ਵਰਤਿਆ। ਕਬੀਰਾ ਕਿਹਨੂੰ ਕਿ ਅੰਦਰਲੇ ਨੂੰ ਕਹਿਤਾ। ਕਬੀਰ ਆਪ ਨਹੀਂ ਤਾਂ ਮੈਂ ਰਸ ਜਾਣਿਆ ਨਾ। ਕਬੀਰ ਤੇ ਕਬੀਰ ਕਿਹਨੂੰ ਕਿਹਾ? ਵੱਡੇ ਨੂੰ। ਕਬੀਰ ਰੱਬ ਨੂੰ ਕਹਿ ਦਿੱਤਾ ਇੱਥੇ ਕਿ ਅਬ ਤੂੰ ਹੀ ਮੈਂ ਨਾ ਹੀ। ਹੁਣ ਤਾਂ ਇਹ ਗੱਲ ਹੋ ਜਾਂਦੀ ਨਾ, ਆਪਣਾ ਮੇਟਿਆ, ਆਪਣੇ ਆਪ ਨੂੰ ਮੇਟ ਦਿੱਤਾ। ਸੋ ਰਸ ਕਬੀਰ ਹੈ ਜਾਣਿਆ। ਉਸਨੇ ਜਾਣਿਆ ਉਸ ਰਸ ਨੂੰ, ਮੈਂ ਨਹੀਂ ਜਾਣ ਸਕਦਾ ਸੀਗਾ, ਉਹਨੇ ਉਹ ਰਸ ਜਾਣਿਆ। ਕਹਿੰਦੇ ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਉਹ ਤੋਂ ਬਾਅਦ ਮੇਰਾ ਮਨ ਫੇਰ ਮੰਨਿਆ। ਜਦੋਂ ਸੋ ਅੰਦਰ ਬੈਠਾ ਕਬੀਰ, ਉਹਨੇ ਰਸ ਜਾਣ ਲਿਆ, ਮਨ ਮੰਨ ਗਿਆ। ਹੁਣ ਮਨ ਅਤੇ ਚਿੱਤ ਦੀ ਗੱਲ ਫੇਰ ਆ ਗਈ। ਫੇਰ ਹੀ ਮਨ ਮੰਨਿਆ। ਉਹਦਾ ਮਨ ਮੰਨੇ ਹੀ ਨਹੀਂ ਸਕਦਾ। ਮਨ ਹੀ ਮਨ ਨੂੰ ਮਨਾਵੇ ਤਾਂ ਮਨ ਮੰਨਦਾ, ਤਾਂ ਮਨ ਨਹੀਂ ਕਦੀ ਮੰਨਦਾ। ਦੂਜੇ ਦੇ ਸਮਝਾਉਣ 'ਤੇ ਮਨ ਨਹੀਂ ਕਦੀ ਮੰਨਦਾ ਹੁੰਦਾ। ਮਨ ਹੀ ਮਨ ਨੂੰ ਜਦੋਂ ਸਮਝਾਉਂਦਾ, ਜਦੋਂ ਗੁਰਬਾਣੀ ਸੋ ਅੰਦਰ ਸਮਝ ਪੈਂਦੀ ਹੈ ਅਤੇ ਫਿਰ ਇਹ ਆਪਣੇ ਆਪ ਨੂੰ ਸਮਝਾਉਂਦਾ, ਫਿਰ ਤੁਰਦਾ ਇੱਧਰਲੇ ਪਾਸੇ ਨੂੰ। ਉੱਦਾਂ ਨਹੀਂ ਕਦੀ ਤੁਰ ਸਕਦਾ। ਕਬੀਰ ਸਾਹਿਬ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਵਧੇ ਸਾਡੇ ਹਿਰਦੇ ਵਿੱਚ ਵਸੇ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ, ਸਭ ਸਵਾਰਣਾ। ਸਭ ਨਾਂਗਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਾਲਾ। ਜਿਤ ਕਰ ਧਾਰੀਆਂ ਪੰਜ ਦੂਤ ਨਿਵਾਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ, ਹਰ ਕੇ ਲਾਗੀ ਕਹਿ ਨਾਨਕ ਤੈਸ ਹੋਆ। ਤਿਤ ਕਰ ਅਨਹਦ ਵਾਜੇ ਅਨ ਸੁਣੋ ਵਡ ਭਾਗਿਓ। ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ। ਉਤਰੇ ਸਗਲ ਵਿਸੂਰੈ ਦੋਹਰੋ ਸੰਤਾਪ ਉਤਰੇ। ਸੋਹਣੀ ਸੱਚੀ ਬਾਣੀ ਸੰਤ ਸਾਜਨ ਭੈ, ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਅਰਦਾਸ, ਜੀਉ ਪਿੰਡ ਸਭ ਤੇਰਾ। तुम मात पिता हम बारक तेरे, तुमरी कृपा में सुख कनेरे। जाने तुमरा अंत, ऊंचते ऊंचा भगवंत। सकल समगरी तुमरे सूत्र तारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। ਵਾਹਿਗੁਰੂ। ਜਿਨ੍ਹਾਂ ਤੇਰਾ ਨਾਮ ਜਪਿਆ,
ਵਾਹਿਗੁਰੂ। ਨਾਰਿਆ ਨਾਲ ਤੇ ਵਾਈ ਮੁਕਤ ਵਾਲੇ ਨੂੰ ਸੇਵਾ ਦੇ ਕੁਵਨ ਕਰਨੀ ਹਾਰਿਆ ਸਖੀ ਸਦੇ ਸੰਸਵਾਸਾ ਤੇਨਾ ਸੋਸ਼ੀ ਦੰਤ ਕਮਾਈ ਦਾ ਧਿਆਨ ਰੱਖ ਸਕੇ। ਬੋਲੋ ਜੀ ਵਾਹਿਗੁਰੂ। ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਨੂੰ ਧਿਆਨ ਰੱਖ ਸਕੇ। ਬੋਲੋ ਜੀ ਵਾਹਿਗੁਰੂ। ਗ੍ਰੰਥ ਮੈਂ ਸਰਬੱਤ ਖਾਲਸਾ ਜੀ ਕੀ ਉਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆ ਚਿਤਿਆ ਬਤਾ ਸਦਕਾ ਸਰਬ ਸੁਖ ਹੋ ਗਏ ਜਾਂ ਜਾਂ ਖਾਲਸਾ ਦੇਖ ਦੇਖ ਫਤਿਹ ਬਿਰਦ ਕੀ ਪੈਜ ਪਹੁੰਚ ਕੀ ਜੀ ਸਹਿਬ ਕੀ ਸਹਾਈ ਖਾਲਸਾ ਜੀ। ਕਰੋ ਜੀ ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਨਾਮ ਦੀ ਸਦਾ ਜੈ ਨਾਮ ਕਬੀਰ ਨਾਮ ਸਾਹ ਨਾਮ ਗੁਰਸਾ ਦਾਨਾ ਸਰਦਾਨ ਨਾਮ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਚੌਂਕੀਆਂ ਚੜ੍ਹਦੇ ਹੋਣਗੇ ਜੁਗ ਜੁਗ ਤੱਕ ਤੱਕ। ਕਰੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਹੀ ਮਾਮਾ ਦੇਖੀ ਦਾ ਸਭ ਕੇ ਰੱਖਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਕਰੀ ਅੰਮ੍ਰਿਤ ਕੇ ਦੇ ਦੀਵਾਨ ਸੱਚੇ ਸਦੀ ਅੰਦਰ ਨਿਤਨੇਮ ਦੀਆਂ ਵਾਣੀਆਂ ਦੇ ਜਾ ਆਸ਼ਾ ਜੀ ਦੀ ਬਾਤ ਦੇ ਸ਼ਬਦ ਦੀ ਵਿਚਾਰ ਆਨੰਦ ਸਾਹਿਬ ਦੇ ਸ਼ੀਰ ਭੁੱਲਾਂ ਚੁੱਕਾ ਲਿਖਣਾ ਕਰਨੀ ਬਾਣੀ ਦਾ ਮਹਾਰਾਜ ਸੰਤਾਂ ਨੂੰ ਬਖਸ਼ਣਾ ਦਿਲ ਤਲਵਾ ਜੰਦਾ ਸਵਾਰ ਕਰਨਾ ਸਰਬੱਤ ਸੰਤਾਂ ਦੀਆਂ ਗੁਰੂ ਕਾਮਨਾਵਾਂ ਗੁਰਮਤਿ ਵਿਸਾਰ ਬਖਸ਼ੀ ਦਾ ਬੜਾ ਪ੍ਰਸ਼ਾਦ ਹਾਜ਼ਰ ਨੇ ਗਰੀਬ ਬਾਦਸ਼ਾਹ ਸੋਚ ਵਿਚਾਰ ਲਾਵੇ ਪੂਰ ਕਰ ਰਹੇ ਸੀ ਸ਼ਾਸਨ ਤੰਤ ਵਰਤੇ ਜੋ ਜੀ ਸ਼੍ਰੀ ਰਾਮ ਦਾ ਨਾਮ ਕਰੋ ਜੀ ਸਹੀ ਪਿਆਰੇ ਮੇਰੇ ਜਨਮ ਦੇ ਨਾਮ ਸਿੱਧੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਲੋਕਾਂ ਕੋ ਮਿਲਵਾ ਚਾਹੈ ਖੋਜ ਸ਼ਬਦ ਮੈਂ ਲੇ ਰਾਜਗੁਰੀ ਕਾ ਖਾਲਸਾ ਆਕੀ ਰਹੇ ਨ ਕੋਏ ਵਾਰ ਹੋਏ ਸੰਭਲਣਗੇ ਬੱਚੇ ਸ਼ਰਨ ਜੋ ਹੋਏ ਨਾਮ ਜਾਜ ਹੈ ਚੜੇ ਸੋਤਰੇ ਪਾਰ ਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾਰ ਰਾਜਾ ਕੇ ਹੱਥ ਮੈਂ ਕਲਗੀ ਸੋਏ ਸੀਸ ਸੋ ਹਮਰੀ ਰਚਿਆ ਕਰੇ ਗੁਰੂ ਕਲਗੀ ਤਰ ਜਗਦੀਸ਼ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋ ਕਹੂੰ ਟਲ ਗੁਰ ਸੇਵੀਐ ਅਹਨਸ ਸਹਿਜ ਸੁਹਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਘਟਿਐ। ਵਾਹਿਗੁਰੂ ਜੀ ਹਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਹਲੇ ਯਾਰਾਂ ਖੁਸ਼ ਖਬਰੀ ਬਲ ਬਲ ਜਾਉ ਹਉ ਬਲ ਬਲ ਜਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ਰਹਾ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਰਵੀ ਦਵਾਰਿਕਾ ਨਗਰੀ ਰਾਸ ਭੁਗੋਈ खूब तेरी पगरी मीठे तेरे बोल द्वारिका नगरी काहे के मगोल चंदी हजार आलम एकल खाना हम चीनी पातशाह सांवले वरना असपत गजपत नर है नरिंद नामे के स्वामी मीर मुकंद असपत गजपत नर है नरिंद
ਨਾਮੇ ਕੇ ਸੁਆਮੀ ਮੀਰ ਮੁਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।